कैंट होंद विच है ਅਸੀਂ ਉਹ ਲੋਕ ਹੈ ਬੇਜ਼ਮੀਨੇ ਲੋਕ ਕਹਿ ਸਕਦੇ ਹਾਂ ਵੀ ਜਿਹੜੀ ਥੋੜੀ ਥੋੜੀ ਸਾਡੇ ਕੋਲ ਜ਼ਮੀਨ ਸੀ ਉਹ ਕੈਂਟ ਨੇ ਇਨਕੁਆਇਰ ਕਰ ਲਈ ਹੈ, ਖੁਦ ਸਪਲਾਈ ਕਰਕੇ ਆਪਣੇ ਪਰਿਵਾਰ ਪਾਲਦੇ ਹਾਂ। 23 ਤਰੀਕ ਤੋਂ ਬਿਲਕੁਲ ਸਾਡਾ ਜੋ ਰੁਜ਼ਗਾਰ ਹੈ, ਕਾਰੋਬਾਰ ਹੈ, ਉਹ ਬਿਲਕੁਲ ਠੱਪ ਕਰ ਦਿੱਤਾ ਹੈ। ਸਾਡੀ जो दुध पाउंदे है, दुध उत्पादक है, वो भी बेरोजगार है। साडे नाल बहुत बुरा हाल है लोगों का। कोई किसी का कुछ घर का मरम्मत करानी सी वो नहीं हुई। काफी पर 20 मार्च को साडा काम बिल्कुल बंद है। हाल बरान है, कोई साडा सुनवाई कितने भी गए हैं। मैं केंद्र सरकार को बेनती करता है कि सानू जो हदायतां मुताबिक सानू एंट्री दी जाए तो सानू बेशक टाइम बाउंड के कारण ही अंदर साडी एंट्री की जाए, क्योंकि असीं बिल्कुल बेरोजगार हो चुके हैं। साडे कोले होर कोई भी कारोबार नहीं है। साडे नाल जिहड़े जुड़े हुए लोग सी वो भी साडे नाल ही करके ते सानू भी हदायतां मुताबिक साडी एंट्री टाइम बाउंड के आधार पर की जाए। यही मेरी बेनती है सारिਆਂ ਨੂੰ भी साडा काम है जो चलाया जाए। बहुत बहुत धन्यवाद करते हैं। कोविड-19 ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜਿਹੜੇ ਨਿਰਦੇਸ਼ ਦਿੱਤੇ ਗਏ ਸੀ ਕਿ ਇਸ ਮਹਾਮਾਰੀ ਤੋਂ ਬਚਣ ਵਾਸਤੇ ਕਰਫਿਊ ਲਗਾਇਆ ਗਿਆ ਸੀ, ਲਾਕਡਾਊਨ ਲਗਾਇਆ ਗਿਆ, ਕੇਂਦਰ ਸਰਕਾਰ ਦੀ ਜੋ ਗਾਈਡਲਾਈਨ ਸੀਗੀਆਂ ਉਹ ਸਾਰੀਆਂ ਦੇਖਦੇ ਹੋਏ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਉਣ ਵਾਸਤੇ ਸਰਕਾਰਾਂ ਨੇ ਪੁਖਤਾ ਕਦਮ ਚੁੱਕੇ ਸੀ। ਪਰ ਲਾਕਡਾਊਨ ਜਿਹੜਾ ਖੁੱਲ ਚੁੱਕਿਆ, ਹਜੇ ਵੀ ਬਹੁਤ ਐਸੇ ਕਾਰੋਬਾਰ ਹੈ ਜਿਹੜੇ ਨਹੀਂ ਚੱਲੇ। ਜੇਕਰ ਜਿਮ ਦੇ ਮਾਲਕਾਂ ਦੀ ਗੱਲ ਕਰੀਏ, ਜਿਮ ਮਾਲਕ ਵੀ ਪਿੱਛੇ ਲਗਾਤਾਰ ਮੰਗ ਕਰ ਰਹੇ ਸਰਕਾਰ ਤੋਂ ਕਿ ਜਿਮ ਜਿਹੜੇ ਖੋਲਣੇ ਚਾਹੀਦੇ ਆ। ਹੁਣ ਦੂਸਰੀ ਮੰਗ ਜਿਹੜੀ ਉੱਠੀ ਹੈ ਉਹ ਉੱਠੀ ਹੈ ਦੁੱਧ ਦੀ, ਜਿਹੜੇ ਦੁੱਧ ਦਾ ਕੰਮ ਕਰਦੇ ਨੇ, ਦੁੱਧ ਦੀ ਯੂਨੀਅਨ, ਜਿਨ੍ਹਾਂ ਵੱਲੋਂ ਬਠਿੰਡਾ ਕੈਂਟ ਦੇ ਵਿੱਚ ਦੁੱਧ ਸਪਲਾਈ ਕੀਤਾ ਜਾ ਰਿਹਾ ਪਿਛਲੇ ਕਈ ਦਹਾਕੇ ਤੋਂ। ਜਦੋਂ ਦਾ ਕੈਂਟ ਹੋਂਦ ਚ ਆਇਆ ਉਦੋਂ ਤੋਂ ਦੁੱਧ ਸਪਲਾਈ ਇਹ ਦੁੱਧ ਦੀ ਯੂਨੀਅਨ ਦੇ ਜਿਹੜੇ ਸਦੱਸਿਆ ਹੈਗੇ ਇਹਨਾਂ ਵੱਲੋਂ ਕੀਤਾ ਜਾਂਦਾ ਕਿ ਦੁੱਧ ਜਿਹੜਾ ਵੱਖ-ਵੱਖ ਪਿੰਡਾਂ ਦੇ ਵਿੱਚ ਲਿਆ ਕੇ ਕੈਂਟ 'ਚ ਸਪਲਾਈ ਕਰਦੇ ਆ। ਪਰ 23 ਮਾਰਚ ਤੋਂ ਜਦੋਂ ਕਰੋਨਾ ਮਹਾਮਾਰੀ ਕਰਕੇ ਜਿਹੜਾ ਕਰਫਿਊ ਲੱਗਿਆ, ਲਾਕਡਾਊਨ ਹੋਇਆ ਸੀ, ਉਸ ਤੋਂ ਬਾਅਦ ਜਿੰਨੇ ਬਠਿੰਡਾ ਕੈਂਟ ਦੇ ਵਿੱਚ ਦੁੱਧ ਪਾਉਣ ਵਾਸਤੇ ਲੋਕ ਜਾਂਦੇ ਸੀ ਉਹਨਾਂ ਦਾ ਕਾਰੋਬਾਰ ਹਜੇ ਤੱਕ ਨਹੀਂ ਸ਼ੁਰੂ ਹੋਇਆ। ਕਿਉਂਕਿ ਕੈਂਟ ਹੈ, ਬਠਿੰਡਾ ਛਾਉਣੀ ਹੈ, ਬਹੁਤ ਵੱਡਾ ਇਹ ਇੱਥੇ ਛਾਉਣੀ ਸਟੇਸ਼ਨ ਹੈਗਾ। ਹੁਣ ਇਹਨਾਂ ਦਾ ਜਿਹੜਾ ਦੁੱਧ ਹੈਗਾ ਛਾਉਣੀ ਦੇ ਵਿੱਚ ਨਹੀਂ ਜਾ ਰਿਹਾ, ਕਿਉਂਕਿ ਕਰੋਨਾ ਮਹਾਮਾਰੀ ਕਰਕੇ ਬਠਿੰਡਾ ਛਾਉਣੀ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਪਾਬੰਦੀ ਲਾ ਦਿੱਤੀ ਹੈ ਵੀ ਕੈਂਟ 'ਚ ਦੁੱਧ ਬਾਹਰ ਦਾ ਨਹੀਂ ਜਾਊਗਾ। ਹਾਲਤ ਇਹ ਹੈ ਕਿ ਇਹ ਜਿਹੜੇ ਇਹਨਾਂ ਦੇ ਪਰਿਵਾਰ ਹੈਗੇ ਆ, ਜਿਹੜੇ ਇਹਨਾਂ ਨਾਲ ਪਰਿਵਾਰ ਜੁੜੇ ਹੋਏ ਆ, ਜਿਹੜੇ ਦੁੱਧ ਦਾ ਕਾਰੋਬਾਰ ਕਰਦੇ ਆ, ਸਾਰੇ ਪ੍ਰਭਾਵਿਤ ਹੈ। ਕਿਉਂਕਿ ਸ਼ਹਿਰ 'ਚ ਦੁੱਧ ਦੀ ਸਪਲਾਈ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ। ਪਰ ਹੁਣ ਹਾਲਤ ਇਹ ਹੈ ਕਿ ਕੈਂਟ ਦੇ ਵਿੱਚ ਇਹਨਾਂ ਦਾ ਕੰਮ ਜਿਹੜਾ ਪਿਛਲੇ ਲੰਬੇ ਵਕਤ ਤੋਂ ਹੈਗਾ, ਸੈਂਕੜੇ ਘਰ ਨੇ ਕੈਂਟ ਦੇ ਵਿੱਚ ਫੌਜੀਆਂ ਦੇ ਜਿਨ੍ਹਾਂ ਘਰੇ ਦੁੱਧ ਸਪਲਾਈ ਕਰਦੇ ਆ, ਪਰ ਹੁਣ ਇਹ ਜਿਹੜਾ ਬੰਦ ਹੋ ਚੁੱਕਿਆ। ਬੰਦ ਹੋਣ ਕਰਕੇ ਕੈਂਟ 'ਚ ਹਜੇ ਤੱਕ ਇਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ। ਸਾਡੇ ਨਾਲ ਜਿਹੜੇ ਪੁੱਚੋ ਦੇ ਦੁੱਧ ਯੂਨੀਅਨ ਦੇ ਪ੍ਰਧਾਨ ਨੇ, ਕੀ ਨਾਮ ਹੈ ਤੁਹਾਡਾ ਜੀ? ਬੂਟਾ ਸਿੰਘ ਜੀ ਨੇ, ਉਹਨਾਂ ਨਾਲ ਗੱਲ ਕਰਦੇ ਆ। ਬੂਟਾ ਸਿੰਘ ਜੀ, ਕਿੰਨੇ ਸਾਲਾਂ ਤੋਂ ਤੁਸੀਂ ਕੈਂਟ 'ਚ ਦੁੱਧ ਪਾ ਰਹੇ ਹੋ? ਸਰ ਜੀ, ਅਸੀਂ ਪਿਛਲੇ ਜਦੋਂ ਤੋਂ ਕੈਂਟ ਹੋਂਦ ਵਿੱਚ ਆਇਆ ਹੈ ਉਦੋਂ ਤੋਂ ਹੀ ਅਸੀਂ ਦੁੱਧ ਸਪਲਾਈ ਕਰ ਰਹੇ ਹਾਂ। ਪਹਿਲਾਂ ਸਾਡੇ ਪੇਰੈਂਟਸ ਕਰਦੇ ਸੀਗੇ, ਉਸ ਤੋਂ ਬਾਅਦ ਅਸੀਂ ਇਹ ਕਿੱਤੇ ਨੂੰ ਸੰਭਾਲਿਆ ਹੋਇਆ ਹੈ। ਜਦੋਂ ਤੋਂ ਕਹਿ ਲਓ ਵੀ ਕੈਂਟ ਹੋਂਦ ਵਿੱਚ ਆਇਆ ਹੈ ਉਦੋਂ ਤੋਂ ਹੀ ਅਸੀਂ ਇਹ ਬਠਿੰਡਾ ਲਾਗੇ ਦੇ ਜਿਹੜੇ ਵੀ ਪਿੰਡ ਨੇ, ਅਸੀਂ ਉਹਨਾਂ ਪਿੰਡਾਂ ਚੋਂ ਹੀ ਆ ਸਾਰੇ। ਅਸੀਂ ਉਦੋਂ ਤੇ ਪੁਰਾਣਾ ਕਾਰੋਬਾਰ ਕਰਦੇ ਆਂ। ਹੁਣ 23 ਮਾਰਚ ਤੋਂ ਲੈ ਕੇ ਸਾਡਾ ਜੋ ਕਾਰੋਬਾਰ ਸੀ ਕਰੋਨਾ ਮਹਾਮਾਰੀ ਨੂੰ ਲੈ ਕੇ ਉਹ ਬਿਲਕੁਲ ਬੰਦ ਹੈ। ਤਾਂ ਅਸੀਂ ਕੇਂਦਰ ਸਰਕਾਰ ਅੱਗੇ ਬੇਨਤੀ ਕਰਦੇ ਆਂ ਸਾਰੇ ਮਿਲ ਕੇ ਵੀ ਸਾਰੇ ਕਾਰੋਬਾਰ ਚੱਲ ਪਏ ਹੈ। ਮੋਦੀ ਸਾਹਿਬ ਨੇ ਵੀ ਬੇਨਤੀ ਕੀਤੀ ਸੀ ਵੀ ਦੁੱਧ ਦਾ ਕੰਮ, दूध, सब्जियों और राशन के काम के लिए नहीं मना किया जाना चाहिए। तो चलो ठीक है भी ਅਸੀਂ ਕੋਆਪਰੇਟ ਵੀ ਕੀਤਾ ਇਸ ਨਾਲ। ਹੁਣ ਮੈਂ ਇਹੀ ਬੇਨਤੀ ਕਰਦਾ ਅੰਦਰ ਕੈਂਟ ਅਧਿਕਾਰੀਆਂ ਨੂੰ ਵੀ ਸਾਨੂੰ ਵੀ ਐਂਟਰੀ ਦਿੱਤੀ ਜਾਵੇ, ਕਿਉਂਕਿ ਸਾਰੇ ਕਾਰੋਬਾਰ ਅੰਦਰ ਚੱਲ ਪਏ ਹੈ। ਬੇਸ਼ੱਕ ਟਾਈਮ ਬਾਉਂਡ ਦੇ ਆਧਾਰ ਤੇ ਜੋ ਵੀ ਸਾਨੂੰ ਆਦੇਸ਼ ਹੋਣਗੇ ਉਹਦੇ ਆਧਾਰ ਤੇ ਅਸੀਂ ਤੁਹਾਨੂੰ ਉਸ ਨੂੰ ਕੋਆਪਰੇਟ ਕਰਨ ਨੂੰ ਤਿਆਰ ਹਾਂ। ਸਾਨੂੰ ਐਂਟਰੀ ਦਿੱਤੀ ਜਾਵੇ ਕਿਉਂਕਿ ਅਸੀਂ 60+ ਬੰਦੇ ਬਿਲਕੁਲ ਬੇਰੁਜ਼ਗਾਰ ਹੋ ਚੁੱਕੇ ਹਾਂ। ਔਰ ਸਾਡੇ ਨਾਲ ਇੱਕ ਪਰਸਨ ਨਾਲ ਜੇਕਰ ਦੇਖੀਏ, ਮੈਂ ਗੱਲ ਕਰਾਂ 30 ਤੋਂ 40 ਸਾਡੇ ਨਾਲ ਪਿੰਡਾਂ ਦੇ ਵਿੱਚ ਜੋ ਲੋਕ ਹੈ, ਜੋ ਪਸ਼ੂ ਪਾਲਕ ਲੋਕ ਆ, ਸਾਡੇ ਇਸ ਧੰਦੇ ਨਾਲ ਜੁੜੇ ਸੀ। ਬਿਲਕੁਲ ਅਸੀਂ ਜੇ ਕਹੀਏ 500 ਤੋਂ 600 ਬਿਲਕੁਲ ਪਰਿਵਾਰ ਹੈ ਜੋ ਬੇਰੁਜ਼ਗਾਰ ਹੋ ਚੁੱਕੇ ਹੈ। ਸਾਡੇ ਕੋਲੇ ਹੋਰ ਕੋਈ ਵੀ ਕਾਰੋਬਾਰ ਨਹੀਂ। ਕਿਸੇ ਨੇ ਆਪਣੀ ਬੱਚੀ ਸ਼ਾਦੀ ਕਰਨੀ ਹੈ, ਬੱਚੇ ਵੱਡੀਆਂ ਕਲਾਸਾਂ 'ਚ ਪੜ੍ਹਦੇ ਹੈ।
ਤਾਂ ਪਹਿਲੇ ਹੀ ਉੱਪਰੋਂ ਮਹਿੰਗਾਈ ਦੀ ਮਾਰ ਸੀ, ਇੱਕ ਕਰੋਨਾ ਮਹਾਮਾਰੀ ਨੇ ਬਿਲਕੁਲ ਹੀ ਜੋ ਚੱਲਦੇ ਕਾਰੋਬਾਰ ਸੀ ਉਹ ਵੀ ਬਿਲਕੁਲ ਬੰਦ ਹੋ ਗਏ ਹੈ। ਤਾਂ ਮੈਂ ਦੁਬਾਰਾ ਫੇਰ ਕੇਂਦਰ ਸਰਕਾਰ ਅੱਗੇ ਬੇਨਤੀ ਕਰਦਾ ਹਾਂ ਵੀ ਸਾਡੇ ਬਾਰੇ ਅਸੀਂ ਬਿਲਕੁਲ ਭੁੱਖੇ ਮਰਨ ਦੀ ਤਦਾਦ 'ਚ ਹੈ, ਸਾਡੇ ਬਾਰੇ ਵੀ ਸੋਚਿਆ ਜਾਵੇ। ਕੇਂਦਰ ਦੀ ਗੱਲ ਤੁਸੀਂ ਕਰ ਰਹੇ ਹੋ, ਪਰ ਜਿਹੜੇ ਕੈਂਟ ਦੇ ਅਧਿਕਾਰੀ ਹੈਗੇ ਆ, ਤੁਸੀਂ ਮਿਲੇ ਕੈਂਟ 'ਚ ਅਧਿਕਾਰੀ, ਕਿਸੇ ਨੂੰ ਦੱਸਿਆ ਕਿ ਅਸੀਂ ਦੁੱਧ ਸਪਲਾਈ ਕਰਨਾ ਚਾਹੁੰਦੇ ਆ? ਕੀ ਕਹਿੰਦੇ ਨੇ ਉਹ? ਬਿਲਕੁਲ ਜੀ, ਮੈਂ ਉਹਨਾਂ ਨੂੰ ਆਪਣੇ ਵੱਲੋਂ ਲੈਟਰ ਜਾਰੀ ਕੀਤਾ ਸੀ। ਜਿਵੇਂ ਸਬ ਏਰੀਆ ਹੋ ਗਿਆ ਸਾਡਾ, ਉਹਨਾਂ ਨੂੰ ਲੈਟਰ ਜਾਰੀ ਕੀਤਾ ਸੀ। ਸਟੇਸ਼ਨ ਹੈਡਕੁਆਟਰ ਹੋ ਗਿਆ, ਉਹਨਾਂ ਨੂੰ ਮੈਂ ਲੈਟਰ ਜਾਰੀ ਕੀਤਾ ਸੀਗਾ। 10 ਕੋਰ ਹੋ ਗਈ, ਉਹਨਾਂ ਨੂੰ ਮੈਂ ਲੈਟਰ ਜਾਰੀ ਕੀਤਾ ਸੀ। ਤਾਂ ਉਸ ਲੈਟਰ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਮੈਨੂੰ ਇੱਕ ਵਾਰੀ ਕਰੋਨਾ ਬਿਮਾਰੀ ਵਾਲੇ ਜੋ ਅੰਦਰ ਕੋਵਿਡ-19 ਵਾਲੇ ਪਾਸ ਸੀ, ਉਹ ਪਾਸ ਇਸ਼ੂ ਕਰਕੇ ਜੋ ਸਾਡੀ ਪੇਮੈਂਟ ਰੁਕੀ ਹੋਈ ਸੀ 23 ਮਾਰਚ ਦੀ, ਉਹ ਇੱਕ ਵਾਰੀ ਸਾਨੂੰ ਪੇਮੈਂਟ ਮਿਲ ਗਈ ਹੈ, ਪਰ ਸਾਡਾ ਕਾਰੋਬਾਰ ਹਜੇ ਨਹੀਂ ਚੱਲਿਆ। ਜਿਹੜਾ ਹੁਣ ਦੁੱਧ ਤੁਸੀਂ ਲੈ ਕੇ ਆਂਦੇ ਸੀਗੇ ਜਾਂ ਜਿੱਥੋਂ ਵੀ ਪਿੰਡਾਂ 'ਚੋਂ ਲੈ ਕੇ ਆਂਦੇ ਸੀ, ਹੁਣ ਉਸ ਦੁੱਧ ਦਾ ਕੀ ਕਰਦੇ ਹੋ ਫਿਰ ਉਹਦਾ? ਉਹ ਦੁੱਧ ਆ ਜੀ ਮਤਲਬ 50% ਦਾ ਕਹਿ ਲਓ ਵੀ ਲੋਕਾਂ ਨੇ ਜੋ ਪਸ਼ੂ ਸੀ ਉਹਨਾਂ ਦੇ ਜੋ ਮੱਝਾਂ ਗਾਵਾਂ ਸੀਗੀਆਂ ਉਹਨਾਂ ਨੇ ਵੇਚਤੀਆਂ। ਜੋ 50% ਦੁੱਧ ਰਹਿ ਗਿਆ ਬਾਕੀ ਉਹ ਕੁਝ ਆਪਣੇ ਜੋ ਨੇੜੇ ਦੁੱਧ ਵਾਲੇ ਉਹਨਾਂ ਨੂੰ ਦੇ ਰਹੇ, ਜੋ ਸਪਲਾਈ ਕਰਦੇ ਆ ਸ਼ਹਿਰ ਦੇ ਵਿੱਚ। ਕੁਝ ਡੈਰੀਆਂ ਬਣੀਆਂ ਹੋਈਆਂ ਜੀ ਪਿੰਡਾਂ ਦੇ ਵਿੱਚ, ਉਹਨਾਂ ਨੂੰ ਉਹ ਮਤਲਬ ਜੋ 50 ਰੁਪਏ ਵਾਲਾ ਦੁੱਧ ਸੀ ਉਹਨਾਂ ਨੂੰ 25 ਰੁਪਏ ਤੱਕ ਵਿਕ ਰਿਹਾ ਜੀ। ਉਹਨਾਂ ਦਾ ਬਹੁਤ ਬੁਰਾ ਹਾਲ ਹੈ ਜੀ ਕਾਰੋਬਾਰ ਦਾ। ਯਾਨੀ ਜਿਹੜਾ ਦੁੱਧ ਹੈ ਉਹ ਵੀ ਇਹਨਾਂ ਦਾ ਘਾਟੇ 'ਚ ਜਾ ਰਿਹਾ। ਕਿੰਨੀ ਕੁ ਮੁਸ਼ਕਲ ਹੈ ਜੀ ਕੈਂਟ ਦੇ ਵਿੱਚ ਤੁਹਾਨੂੰ ਪਰਮਿਸ਼ਨ ਨਹੀਂ ਮਿਲ ਰਹੀ ਜਾਣ ਵਾਸਤੇ? ਕੀ ਮੰਗ ਹੈ ਤੁਹਾਡੀ ਸਰ? ਦੇਖੋ ਸਰ, ਜੇ ਮੈਂ ਪਰਸਨਲੀ ਤੇ ਕਹਾਂ ਤਾਂ ਮੇਰਾ ਪਾਸ 19 ਦਸੰਬਰ 1988 ਦੇ ਵਿੱਚ ਬਣਿਆ ਸੀ। ਮੈਂ ਕਹਿੰਦਾ ਵੀ ਲਗਭਗ 32 ਸਾਲ ਮੈਨੂੰ ਦੁੱਧ ਦਾ ਕੰਮ ਕਰਦੇ ਨੂੰ ਹੋ ਗਏ। ਹੁਣ ਮੇਰੇ ਬੱਚੇ ਵੱਡੇ ਹੋਣੇ, ਮੈਂ ਪੂਰਾ 100% ਹੀ ਮੈਂ ਇਸ ਧੰਦੇ ਤੇ ਨਿਰਭਰ ਹਾਂ। ਕੋਈ ਮੇਰੇ ਕੋਲੇ ਜ਼ਮੀਨ ਨਹੀਂ, ਕੋਈ ਮੇਰੇ ਕੋਲੇ ਹੋਰ ਕੋਈ ਸਾਧਨ ਨਹੀਂ, ਕੋਈ ਮੇਰੇ ਪਿਤਾ, ਮੇਰਾ ਸਾਰਾ ਪਰਿਵਾਰ, ਮੇਰੇ ਪੇਰੈਂਟਸ ਵੀ, ਮੇਰੇ ਬੱਚੇ ਵੀ, ਅਸੀਂ ਇਸੇ ਤੇ ਡਿਪੈਂਡ ਹੈ। ਇਸੇ ਦੀ ਕਮਾਈ ਨਾਲ ਸਾਡੇ ਬੱਚੇ ਪੜ੍ਹਦੇ ਨੇ, ਅਸੀਂ ਮਕਾਨ ਵੀ ਬਣਾਏ ਨੇ, ਇਸੇ ਕੁਝ ਵੀ ਬਣਾਏ ਹੈ। ਹੋਰ ਵੀ ਜਿਹੜੀ ਰੋਜ਼ਮਰਾ ਦੇ ਜਿਹੜੀ ਸਾਡੀਆਂ ਲੋੜਾਂ ਨੇ ਉਹ ਇਸ ਧੰਦੇ 'ਚ ਪੂਰੀਆਂ ਹੁੰਦੀਆਂ ਸੀ। ਹੁਣ ਇੱਕਦਮ ਜਿਹੜਾ 21 ਮਾਰਚ 2020 ਤੋਂ ਸਾਡਾ ਅਚਾਨਕ ਇਹ ਦੁੱਧ ਬੰਦ ਹੋ ਗਿਆ ਤਾਂ ਅਸੀਂ ਬੁਰੀ ਤਰ੍ਹਾਂ, ਸਾਡੀ ਰੋਟੀ ਰੋਜੀ ਬਿਲਕੁਲ ਠੱਪ ਹੋ ਗਈ ਹੈ। ਸਾਡੇ ਰੁਜ਼ਗਾਰ ਸੀ ਜੋ ਹਰ ਮਹੀਨੇ ਅਸੀਂ ਆਮਦਨ ਦੇ ਵਿੱਚੋਂ ਲੈਣ ਦੇਣ ਕਰਦੇ ਸੀ, ਸਾਡੀ ਜ਼ਿੰਦਗੀ ਦੇ ਸਾਰੇ ਕੰਮ ਉਹ ਖੜ ਗਏ ਨੇ। ਕੈਂਟ ਦੇ ਵਿੱਚ ਕਿੰਨੇ ਕੁ ਘਰ ਲੱਗੇ ਹੋਏ ਸੀ? ਕੈਂਟ ਦੇ ਵਿੱਚੋਂ ਦੇਖੋ ਜੀ ਸਰ, ਅਸੀਂ ਕੋਈ ਟੋਟਲ 60 ਬੰਦੇ ਦੁੱਧ ਦਾ ਕੰਮ ਕਰਦੇ ਸੀ ਤੇ ਅੰਦਾਜ਼ਾ ਕੋਈ 10 ਤੋਂ 12,000 ਲੀਟਰ ਸਾਡਾ ਡੇਲੀ ਦਾ ਦੁੱਧ ਕੈਂਟ ਦੇ ਵਿੱਚ ਖਪਤ ਹੁੰਦਾ ਸੀ। ਵੱਡੀ ਮਤਲਬ ਇੱਥੇ ਕੰਜੰਪਸ਼ਨ ਹੈਗੀ। ਹੁਣ ਕਿੰਨਾ ਨੁਕਸਾਨ ਕਿੰਨਾ ਹੋ ਰਿਹਾ? ਦੇਖੋ ਨੁਕਸਾਨ ਤਾਂ ਸਰ ਐਡਾ ਵੀ ਸਾਡੇ ਨਾਲ ਅਸੀਂ ਸਿੱਧੇ ਤੌਰ ਤੇ 200 ਪਰਿਵਾਰਾਂ ਜਿਹੜਾ ਬਿਲਕੁਲ ਰੋਟੀ ਰੋਜੀ ਤੋਂ ਵਾਂਝਾ ਹੋ ਗਿਆ ਤੇ ਉਹਦੇ ਨਾਲ ਸਾਡੇ ਇੱਕ ਦੋਧੀ ਦੇ ਨਾਲ ਪਿੰਡਾਂ ਦੇ ਵਿੱਚ ਕੋਈ 30 ਤੋਂ 40 ਘਰ ਜਿਹੜੇ ਦੁੱਧ ਉਤਪਾਦਕ ਸੀ ਉਹ ਸਾਡੇ ਨਾਲ ਜੁੜੇ ਹੋਏ ਸੀ। ਅਸੀਂ ਆਮ ਕੰਪਨੀਆਂ ਜਿਹੜੀਆਂ ਦੁੱਧ ਖਰੀਦਦੀਆਂ ਨੇ ਸਾਡੇ ਮੁਕਾਬਲੇ ਅਸੀਂ ਉਹਨਾਂ ਨੂੰ ਲਾਹੇਵੰਦ ਭਾਅ ਦਿੰਦੇ ਸੀ, ਟਾਈਮ ਤੇ ਪੇਮੈਂਟ ਕਰਦੇ ਸੀ। ਸੋ ਉਹਨਾਂ ਨੂੰ ਨਾ ਹੀ ਹੁਣ ਟਾਈਮ ਤੇ ਪੇਮੈਂਟ ਮਿਲ ਰਹੀ ਹੈ, ਨਾ ਹੀ ਉਹਦਾ ਦੁੱਧ ਦਾ ਚੰਗਾ ਭਾਅ ਮਿਲ ਰਿਹਾ। ਸਿੱਟੇ ਵਜੋਂ ਸਾਡਾ ਦੁੱਧ ਬੰਦ ਹੋਣ ਕਰਕੇ ਉਹ ਵੀ, ਸਾਡਾ ਰੁਜ਼ਗਾਰ ਤਾਂ ਖੁੱਸੀ ਗਿਆ ਪਰ ਉਹ ਵੀ ਇਸ ਧੰਦੇ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ। ਉਹਨਾਂ ਨੇ ਪਸ਼ੂ ਕਰਜ਼ਾ ਲੈ ਕੇ ਆਪਣੇ ਪਸ਼ੂ ਰੱਖੇ ਹੋਏ ਸੀ, ਉਹਨਾਂ ਦੀਆਂ ਕਿਸ਼ਤਾਂ ਨਹੀਂ ਵਾਪਸ ਹੋ ਰਹੀਆਂ, ਹੋਰ ਉਹਨਾਂ ਦੇ ਖਰਚੇ ਜਿਹੜੇ ਛਾਉਣੀ ਦੇ ਅਧਿਕਾਰੀ ਹੈਗੇ ਜਾਂ ਕਿਸੇ ਨੂੰ ਮਿਲੇ ਤੁਸੀਂ? ਕੋਈ ਗੱਲਬਾਤ ਹੋਈ? ਸਰ ਦੇਖੋ, ਸਾਡੇ ਪ੍ਰਧਾਨ ਜੀ ਨੇ ਜਿਵੇਂ ਦੱਸਿਆ ਵੀ ਇਹਨਾਂ ਨੇ ਆਪਦੇ ਆਖੇ ਸਾਰੇ ਦੇ ਸਬ ਏਰੀਆ ਕਮਾਂਡਰ ਸਾਹਿਬ ਨੂੰ, ਕੋਰ ਹੈਡਕੁਆਟਰ ਨੂੰ, ਜਿਹੜੇ ਸਾਨੂੰ ਉੱਥੇ ਡੀਲ ਕਰਦੇ ਨੇ, ਜਿਨ੍ਹਾਂ ਦੇ ਅੰਡਰ ਰਹਿ ਕੇ ਅਸੀਂ ਉਦੋਂ ਤੋਂ ਕੰਮ ਕਰ ਰਹੇ ਹਾਂ, ਜੋ ਵੀ ਸਾਨੂੰ ਪਾਸ ਜਾਰੀ ਕਰਦੇ ਨੇ, ਅਸੀਂ ਉਹਨਾਂ ਨੂੰ ਵਾਰ-ਵਾਰ 2 ਵਾਰੀ ਬੇਨਤੀ ਪੱਤਰ ਭੇਜ ਚੁੱਕੇ ਹਾਂ ਪਰ ਸਾਨੂੰ ਉਹਨਾਂ ਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ। ਜਿਵੇਂ ਕਿ ਦੱਸ ਚੁੱਕੇ ਹਾਂ ਅਸੀਂ ਵੀ ਸਾਨੂੰ ਇੱਕ ਸਿਰਫ ਪੇਮੈਂਟ ਲੈਣ ਦੀ 3 ਦਿਨਾਂ ਦਾ ਮਾਤਰ ਸਾਨੂੰ ਪਾਸ ਮਿਲਿਆ, ਹੋਰ ਸਾਨੂੰ ਇਜਾਜ਼ਤ ਨਹੀਂ ਮਿਲੀ। ਉਹ ਕਹਿੰਦੇ ਵੀ ਅਗਲੀਆਂ ਹਦਾਇਤਾਂ ਆਉਣ ਤੱਕ ਤੁਹਾਨੂੰ ਚੁੱਪ ਰਹਿਣਾ ਪਊਗਾ। ਬਿਲਕੁਲ ਵੱਡੀ ਮੁਸ਼ਕਲ ਖੜੀ ਹੋ ਗਈ ਹੈ ਜੀ। ਕੈਂਟ 'ਚ ਤੁਸੀਂ ਕੰਮ ਕਰ ਰਹੇ ਹੋ, 60 ਬੰਦੇ ਹੈਗੇ ਦੁੱਧ ਜਿਹੜੇ ਕੈਂਟ ਸਪਲਾਈ ਕਰਦੇ ਆ, ਪਰਿਵਾਰ ਵੀ ਹੈਗੇ ਆ ਜੀ ਜੀ। ਉਹ ਕਿੰਨੀ ਮੁਸ਼ਕਲਾਂ ਨਾਲ ਫਿਰ ਗੁਜ਼ਾਰਾ ਕਰਦੇ? ਬਹੁਤ ਮੁਸ਼ਕਲ ਹੈ ਜੀ। ਹੁਣ 4 ਮਹੀਨੇ ਹੋ ਗਏ ਜੀ। ਪਹਿਲੀ ਗੱਲ ਤਾਂ ਸਾਨੂੰ ਉਸੇ ਟਾਈਮ ਇੱਕਦਮ ਬੰਦ ਕਰਤਾ ਸੀ। 14, 15 ਤੇ 16 ਜੂਨ ਨੂੰ 3 ਦਿਨ ਦਾ ਪਾਸ ਮਿਲਿਆ ਹੈ। ਜਿਹੜੇ ਉਹ ਦੂਜੇ ਆਪਣਾ ਜਿਨ੍ਹਾਂ ਨੂੰ ਪੇਮੈਂਟ ਦੇਣੀ ਸੀ ਉਹਨਾਂ ਦੀ ਵੀ ਮੁਸ਼ਕਲ ਹੋ ਗਈ। ਜੋ ਸਾਡਾ ਆਪ ਦਾ ਖਰਚਾ ਸੀ, ਚਲੋ ਹੁਣ ਇੰਨੇ ਕਿ ਵੀ 2-4 ਆ 15 ਦਿਨਾਂ ਦੇ ਪੈਸੇ ਆਏ ਨਾ, ਕੁਝ ਤੋਂ ਸਾਨੂੰ ਸਹੂਲਤ ਮਿਲੀ ਹੈ, ਉਹਦੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੂੰ 3 ਦਿਨ ਦਾ ਹੀ ਪਾਸ ਦਿੱਤਾ ਹੈ। ਪਰ ਹੁਣ ਸਾਨੂੰ ਰੋਜੀ ਰੋਟੀ ਤੇ ਲਾਉਣ, ਉਹ ਸਾਡਾ ਖੋਲਣ, ਸਾਨੂੰ ਜਿਵੇਂ ਵੀ ਉਹ ਟਾਈਮ ਦੇਣਗੇ ਅਸੀਂ ਬਿਲਕੁਲ ਉਹਦੇ ਦੇ ਟਾਈਮ ਦੇ ਅਨੁਸਾਰ ਐਗਰੀ ਹੋਵਾਂਗੇ। ਜੋ ਵੀ ਹਦਾਇਤ ਉਹਨਾਂ ਦੇ ਹੈਗੇ ਹੈ, ਜੋ ਗਾਈਡਲਾਈਨ ਦੇਣਗੇ ਉਸੇ ਗਾਈਡਲਾਈਨ ਨਾਲ ਹੀ ਅਸੀਂ ਕੰਮ ਕਰਾਂਗੇ, ਪਰ ਸਾਨੂੰ ਖੋਲ ਦੇਣ ਜੀ। ਬਿਲਕੁਲ। ਕੀ ਕਹਿਣਾ ਤੁਹਾਡੇ ਜਿਹੜੇ ਮੁਸ਼ਕਲਾਂ ਚੱਲ ਰਹੀਆਂ, ਦੁੱਧ ਕੈਂਟ 'ਚ ਸਪਲਾਈ ਨਹੀਂ ਹੋ ਰਿਹਾ, ਕਿੰਨਾ ਲਾਸ ਹੋ ਰਿਹਾ ਇਹਦੇ? ਦੇਖੋ ਜੀ, ਲਾਸ ਬਹੁਤ ਜ਼ਿਆਦਾ ਹੋ ਰਿਹਾ ਹੈਗਾ। ਮੈਂ ਦੁੱਧ ਯੂਨੀਅਨ ਬਠਿੰਡਾ ਸ਼ਹਿਰੀ ਦਾ ਪ੍ਰਧਾਨ ਹੋਣ ਦੇ ਨਾਂ ਤੇ, ਜਿਵੇਂ ਕਿ ਸਾਡੇ ਕੈਂਟ ਯੂਨੀਅਨ ਦੇ ਪ੍ਰਧਾਨ ਬੂਟਾ ਸਿੰਘ ਨੇ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਜਿਹੜੀ ਬਹੁਤ ਮੁਸ਼ਕਲ ਹੈ, 60 ਦੇ ਕਰੀਬ ਜਿਹੜੇ ਸਾਡੇ ਦੋਧੀ ਹੈ ਜੀ, ਕੈਂਟ 'ਚ ਹੀ ਦੁੱਧ ਪੈਂਦਾ ਉਹਨਾਂ ਦਾ, ਤੇ ਬੇਜ਼ਮੀਨੇ ਦੋਧੀ ਹੈ ਜੀ ਉਹ, ਉਹਨਾਂ ਕੋਲੇ ਕੋਈ ਜ਼ਮੀਨ ਨਹੀਂ ਹੈਗੀ। ਜਦੋਂ ਤੋਂ ਕੈਂਟ ਬਣਿਆ ਉਦੋਂ ਤੋਂ ਦੁੱਧ ਪਾ ਰਹੇ ਆ ਉਹ। ਇਸ ਕਰਕੇ ਹੁਣ ਦੇਖੋ ਜੀ, ਆਪਾਂ ਨੂੰ ਰੋਜ਼ਮਰਾ ਲਈ
ਸਾਰੀ ਘਰ 'ਚ ਜ਼ਰੂਰਤ ਹੁੰਦੀ ਆ, ਕੋਈ ਦਵਾਈ ਬੂਟੀ ਚੱਲਦੀ ਆ ਕਿਸੇ ਦੀ, ਜਾਂ ਐਡਮਿਸ਼ਨਾਂ ਦੇ, ਜਾਂ ਕੋਈ ਹੋਰ ਪੈਸੇ ਵੀ ਉਹ ਵੀ ਹੁਣ ਭਰਨੇ ਪੈ ਰਹੇ ਆ ਸਕੂਲਾਂ 'ਚ ਵੀ। ਖਰਚੇ ਤਾਂ ਉਸੇ ਤਰ੍ਹਾਂ ਜਾਰੀ ਆ, ਪਰ ਆਮਦਨ ਕਿਸੇ ਪਾਸੋਂ ਆ ਨਹੀਂ ਰਹੀ। ਜੋ ਸੇਵਿੰਗ ਵੀ ਇਹਨਾਂ ਦੀ ਮੰਨ ਲਓ ਸਾਡੇ ਸਾਥੀਆਂ ਦੀ, ਕੈਂਟ ਵਾਲਿਆਂ ਦੀ ਕੀਤੀ ਵੀ ਸੀ, ਉਹ ਵੀ ਲੱਗ ਚੁੱਕੀ ਆ। ਤਾਂ ਹੁਣ ਇਹ ਬਹੁਤ ਹੀ ਜ਼ਿਆਦਾ ਮਜਬੂਰ ਹੈ। ਇਸ ਕਰਕੇ ਅਸੀਂ ਕੇਂਦਰ ਸਰਕਾਰ ਤੋਂ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਸਾਡੇ ਸਾਥੀਆਂ ਨੂੰ ਕਿਸੇ ਵੀ ਦਾਇਰੇ 'ਚ ਰਹਿ ਕੇ, ਜਿਵੇਂ ਸੈਨੀਟਾਈਜ਼ਰ ਵਗੈਰਾ ਕਰਕੇ, ਇੱਕ ਗੇਟ ਰਾਹੀਂ ਛਾਉਣੀ ਦੇ ਵਿੱਚ ਦੁੱਧ ਪਾਉਣ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਜੋ ਇਹਨਾਂ ਦਾ ਜਿਹੜਾ ਕਿੱਤਾ ਹੈਗਾ ਉਹ ਫੇਰ ਉਸੇ ਤਰ੍ਹਾਂ ਬਹਾਲ ਹੋ ਸਕੇ ਤੇ ਆਪਣੇ ਪਰਿਵਾਰ ਪਾਲ ਸਕਣ। ਆਖਰੀ ਸਵਾਲ ਹੈ, ਜਿਹੜਾ ਦੁੱਧ ਹੁਣ ਜਾ ਰਿਹਾ ਹੈ ਡੈਰੀਆਂ ਤੇ, ਉਹ ਵੀ ਘਾਟੇ 'ਚ ਜਾ ਰਿਹਾ? ਹਾਂਜੀ ਸ਼੍ਰੀਮਾਨ ਜੀ, ਜਿਹੜਾ ਦੁੱਧ ਮੰਨ ਲਓ ਹੁਣ ਇਹ ਦੁੱਧ ਖਰੀਦਦੇ ਸੀ, ਇੱਕ ਤਾਂ ਪੇਮੈਂਟ ਦਾ ਜਿਵੇਂ ਹੁਣ ਉਹ ਸਰਕਾਰੀ ਸੈਂਟਰਾਂ ਨੂੰ ਪਾਉਂਦੇ, ਉਹ ਦਸੀ ਦੀ ਦਸੀ ਪੇਮੈਂਟ ਆਉਣੀ ਹੈ। ਜਿਹੜਾ ਅਸੀਂ ਘਰਾਂ ਚੋਂ ਕਲੈਕਸ਼ਨ ਦੁੱਧ ਕਰਦੇ ਆਂ ਜੀ, ਤਾਂ ਜਦੋਂ ਵੀ ਸਾਡੇ ਮੰਨ ਲਓ ਲਿੰਕ ਬਣੇ ਹੁੰਦੇ ਆ, ਉਹਨਾਂ ਨੂੰ ਲੋੜ ਆ ਤਾਂ ਕੋਈ ਐਡਵਾਂਸ ਪੈਸੇ ਲੈ ਲਏ ਕਿਸੇ ਨੇ, ਕਿਵੇਂ ਉਸ ਤਰ੍ਹਾਂ ਉਹਨਾਂ ਦਾ ਸੌਖਾ ਚੱਲਦਾ। ਹੁਣ ਪਿੰਡਾਂ 'ਚ ਵੀ ਜਿਹੜੇ ਦੁੱਧ ਪਾਉਂਦੇ ਸੀ ਸਾਨੂੰ ਵਰਕਰ, ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਜੀ। ਉਹਨਾਂ ਦੀ ਜਿਹੜੀ ਪੇਮੈਂਟ ਹੈ ਜੀ, ਮੰਨ ਲਓ ਵੇਰਕਾ ਪਲਾਂਟ ਆ, ਜਿਵੇਂ ਪੇਮੈਂਟ ਲੇਟ ਆਉਂਦੀ ਹੈ ਜੀ। ਬਾਕੀ ਉਹਨਾਂ ਦੀ ਤਾਂ ਬੈਂਕ ਰਾਹੀਂ ਪੇਮੈਂਟ ਆਉਂਦੀ ਹੈ, ਤਾਂ ਕਈ ਅਨਪੜ੍ਹ ਮੰਨ ਲਓ ਵਰਕਰ ਜਿਹੜੇ ਦੁੱਧ ਪਾਉਂਦੇ ਆ, ਉਹਨਾਂ ਨੂੰ ਵੀ ਸਮੱਸਿਆ ਆ ਰਹੀ ਹੈ ਜੀ। ਜ਼ਿਲ੍ਹਾ ਪ੍ਰਸ਼ਾਸਨ ਤੋਂ ਕੀ ਮੰਗ? ਜ਼ਿਲ੍ਹਾ ਪ੍ਰਸ਼ਾਸਨ ਤੋਂ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਬਠਿੰਡਾ ਨੂੰ ਅੱਜ ਮਿਲਣ ਗਏ ਸੀਗੇ ਜੀ। ਉਹ ਡਿਪਟੀ ਕਮਿਸ਼ਨਰ ਸਾਹਿਬ ਸਾਨੂੰ ਅੱਜ ਨਹੀਂ ਮਿਲੇ, ਕਹਿੰਦੇ ਵੀ ਕੋਠੀ ਆ, ਦਫ਼ਤਰ ਨਹੀਂ ਆਏ ਸੀਗੇ। ਇਸ ਕਰਕੇ ਅਸੀਂ ਫੇਰ ਵੀ ਮਿਲਣ ਜਾਵਾਂਗੇ, ਉਹਨਾਂ ਨੂੰ ਵੀ ਪੱਤਰ ਦੇਵਾਂਗੇ ਵੀ ਕਿ ਉਹ ਜਿਹੜੇ ਛਾਉਣੀ ਦੇ ਉੱਚ ਅਧਿਕਾਰੀ ਆ ਜੀ, ਉਹਨਾਂ ਨਾਲ ਗੱਲਬਾਤ ਕਰਕੇ ਜਿਹੜੇ ਇਹ ਸਾਡੇ 60 ਦੇ ਕਰੀਬ ਸਾਥੀ ਬੇਰੁਜ਼ਗਾਰ ਹੋਏ ਘਰਾਂ 'ਚ ਬੈਠੇ ਜੀ, ਉਹਨਾਂ ਨੂੰ ਕੋਈ ਦੁੱਧ ਪਾਉਣ ਦੀ ਇਜਾਜ਼ਤ ਦਿਵਾਉਣ। ਜੀ ਬਿਲਕੁਲ, ਇਹ ਬਠਿੰਡਾ ਦੇ ਛਾਉਣੀ ਦੇ ਵਿੱਚ ਦੁੱਧ ਸਪਲਾਈ ਕਰਨ ਵਾਲੇ ਦੋਧੀ ਨੇ, ਜਿਨ੍ਹਾਂ ਦੀ ਯੂਨੀਅਨ ਬਣੀ ਹੋਈ ਹੈ। ਤਾਂ ਇਹਨਾਂ ਦਾ ਕਹਿਣਾ ਕਿ ਸਾਰੇ ਕਾਰੋਬਾਰ ਜਿਹੜੇ ਸ਼ੁਰੂ ਹੋ ਚੁੱਕੇ ਆ, ਪਰ ਕੈਂਟ ਦੇ ਵਿੱਚ ਹਜੇ ਤੱਕ ਇਹਨਾਂ ਦੇ ਵੱਲੋਂ ਦੁੱਧ ਜਿਹੜਾ ਸਪਲਾਈ ਕੀਤਾ ਜਾਣਾ ਸੀ, ਉਹਦੀ ਪਰਮਿਸ਼ਨ ਜਿਹੜੀ ਹੈ ਕੈਂਟ ਦੇ ਅਧਿਕਾਰੀਆਂ ਵੱਲੋਂ ਨਹੀਂ ਦਿੱਤੀ ਗਈ। ਤਾਂ ਪੰਜਾਬ ਦੀ ਸਰਕਾਰ ਤੋਂ, ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮੰਗ ਕਰ ਰਹੇ ਨੇ ਕਿ ਬਠਿੰਡਾ ਛਾਉਣੀ ਦੇ ਵਿੱਚ ਜਿਹੜਾ ਦੁੱਧ ਸਪਲਾਈ ਲਗਾਤਾਰ ਪਿਛਲੇ ਕਈ ਦਹਾਕਿਆਂ ਤੋਂ ਕਰ ਰਿਹਾ, ਉਹਦੀ ਪਰਮਿਸ਼ਨ ਮਿਲਣੀ ਚਾਹੀਦੀ ਹੈ। ਕਿਉਂਕਿ ਜਿਹੜਾ ਹੁਣ ਇਹ ਦੁੱਧ ਲੈ ਕੇ ਆਉਂਦੇ ਆ, ਉਹ ਦੁੱਧ ਵੀ ਅੱਧੇ ਰੇਟ ਦੇ ਉੱਤੇ ਬਾਹਰ ਦੇਣਾ ਪੈ ਰਿਹਾ ਡੈਰੀ ਵਾਲਿਆਂ ਤੋਂ। ਇੱਕ ਵੱਡਾ ਨੁਕਸਾਨ ਇਹਨਾਂ ਦੇ ਕਿੱਤੇ ਨੂੰ ਹੋ ਰਿਹਾ, ਕਿਤੇ ਨਾ ਕਿਤੇ ਕਾਰੋਬਾਰ ਜਿਹੜਾ ਇਹਨਾਂ ਦਾ ਬਹੁਤ ਜ਼ਿਆਦਾ ਮੰਦੀ 'ਚ ਜਾ ਰਿਹਾ। ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਦੁੱਧ ਯੂਨੀਅਨ ਦੀ ਮੰਗ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਪੂਰੀ ਕਰਦੀ ਹੈ, ਜਾਂ ਇਸੇ ਤਰੀਕੇ ਨਾਲ ਇਹ ਅੱਗੇ ਵੀ ਨੁਕਸਾਨ ਝੇਲਦੇ ਰਹਿਣਗੇ। ਕੈਮਰਾਮੈਨ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ, ਬਠਿੰਡਾ।